टीवी पंजाब देखने वाले सारे दर्शकों का स्वागत है जी। मैं हाँ मनदीप सिंह ਅਤੇ ਲੈ ਕੇ ਹਾਜ਼ਰ ਹਾਂ ਕੈਨੇਡਾ ਦੀਆਂ ਖਬਰਾਂ ਦਾ ਖਾਸ ਬੁਲਟਨ। ਪਰ ਉਸ ਤੋਂ ਪਹਿਲਾਂ टीवी पंजाब ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ। ਤੇ ਹੁਣ ਨਜ਼ਰ ਮਾਰਦੇ ਆ ਜੀ ਅੱਜ ਦੀਆਂ ਚੋਣਵੀਆਂ ਖਬਰਾਂ ਤੇ। ਅਮਰੀਕਾ 'ਚ ਲੱਗੀ ਭਿਆਨਕ ਅੱਗ, 1000 ਤੋਂ ਵੱਧ ਘਰ ਸੜ ਕੇ ਸੁਆਹ। ਜਸਟਨ ਟਰੂਡੋ ਨੇ ਦਿੱਤੀ ਨਵੇਂ ਸਾਲ ਦੀ ਵਧਾਈ, याद कीतियां 2021 ਦੀਆਂ ਮੰਦਭਾਗੀਆਂ ਘਟਨਾਵਾਂ। ਅੰਟਾਰੀਓ ਅਤੇ ਕਿਊਬਕ ਨੇ ਤੋੜੇ ਰਿਕਾਰਡ, ਦੋਵਾਂ ਸੂਬਿਆਂ ਵਿੱਚ 16,000 ਕੋਵਿਡ-19 ਦੇ ਨਵੇਂ ਮਾਮਲੇ ਕੀਤੇ ਗਏ ਦਰਜ ਅਤੇ ਚੱਲਦੀ ਫਲਾਈਟ 'ਚ ਆਈ ਕਰੋਨਾ ਰਿਪੋਰਟ ਪੋਜ਼ਿਟਿਵ। ਜਹਾਜ਼ ਦੇ ਵਾਸ਼ਰੂਮ 'ਚ ਕੀਤਾ ਕੁਆਰੰਟੀਨ। ਦੁਨੀਆ ਭਰ ਵਿੱਚ ਨਵੇਂ ਸਾਲ ਦੇ ਜਸ਼ਨ ਮਨਾਏ ਜਾ ਰਹੇ ਨੇ, ਪਰ ਅਮਰੀਕਾ ਦੇ ਕੋਲੋਰਾਡੋ ਸੂਬੇ ਵਿੱਚ ਨਵਾਂ ਸਾਲ ਕੁਝ ਚੰਗਾ ਨਹੀਂ ਰਿਹਾ, ਜਿੱਥੇ ਬੋਲਡਰ ਕਾਉਂਟੀ ਵਿੱਚ ਭਿਆਨਕ ਅੱਗ ਲੱਗਣ ਕਾਰਨ 1000 ਤੋਂ ਵੱਧ ਘਰ ਸੜ ਕੇ ਸੁਆਹ ਹੋ ਗਏ, ਜਿਸ ਨਾਲ 10,000 ਤੋਂ ਵੱਧ ਲੋਕ ਇਸ ਵਕਤ ਬੇਘਰ ਹੋ ਗਏ ਨੇ। ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ, ਪਰ ਸ਼ੰਕਾ ਇਹ ਜਤਾਈ ਜਾ ਰਹੀ ਹੈ ਕਿ ਬਿਜਲੀ ਦੀਆਂ ਤਾਰਾਂ ਟੁੱਟਣ ਕਾਰਨ ਇਹ ਅੱਗ ਲੱਗੀ, ਜਿਸ ਤੋਂ ਬਾਅਦ ਤੇਜ਼ ਹਵਾਵਾਂ ਕਾਰਨ ਇਹ ਅੱਗ ਬਹੁਤ ਤੇਜ਼ੀ ਨਾਲ ਫੈਲ ਗਈ ਅਤੇ ਕੁਝ ਹੀ ਘੰਟਿਆਂ ਦੇ ਵਿੱਚ ਇਸ ਨੇ 1000 ਤੋਂ ਵੱਧ ਘਰ ਜਿਹੜੇ ਸਾੜ ਕੇ ਸੁਆਹ ਕਰ ਦਿੱਤੇ। ਰਾਹਤ ਦੀ ਖਬਰ ਇਹ ਆ ਕਿ ਹਾਲੇ ਤੱਕ ਕਿਸੇ ਵੀ ਜਾਨੀ ਨੁਕਸਾਨ ਦੀ ਕੋਈ ਵੀ ਖਬਰ ਸਾਹਮਣੇ ਨਹੀਂ ਆਈ ਹੈ। ਅਮਰੀਕਾ ਦੀ ਕੋਲੋਰਾਡੋ ਸਟੇਟ ਵਿੱਚ ਭਿਆਨਕ ਅੱਗ ਲੱਗੀ ਹੈ, ਜਿਸ ਨੇ 1000 ਤੱਕ ਘਰਾਂ ਨੂੰ ਸਾੜ ਕੇ ਸੁਆਹ ਕਰ ਦਿੱਤਾ ਹੈ। ਇਹ ਅੱਗ ਕੋਲੋਰਾਡੋ ਦੀ ਬੋਲਡਰ ਕਾਉਂਟੀ ਵਿੱਚ ਲੱਗੀ ਹੈ, ਜਿੱਥੇ ਕੁਝ ਹੀ ਘੰਟਿਆਂ ਵਿੱਚ ਅੱਗ ਨੇ 500 ਤੋਂ ਲੈ ਕੇ 1000 ਤੱਕ ਘਰ ਸਾੜ ਕੇ ਸੁਆਹ ਕਰ ਦਿੱਤੇ ਅਤੇ ਅਥਾਰਟੀ ਵੱਲੋਂ ਇਹ ਦਾਅਵਾ ਕੀਤਾ ਜਾ ਰਿਹਾ ਕਿ ਇਸ ਸੂਬੇ ਦੇ ਇਤਿਹਾਸ ਵਿੱਚ ਇਹ ਸਭ ਤੋਂ ਵਿਨਾਸ਼ਕਾਰੀ ਅੱਗ ਦੀਆਂ ਲਪਟਾਂ ਸਨ, ਜਿਸ ਨੇ ਇੰਨੀ ਜਲਦੀ ਇੰਨੇ ਘਰਾਂ ਨੂੰ ਸਾੜ ਕੇ ਸੁਆਹ ਕਰ ਦਿੱਤਾ। ਇਸ ਅੱਗ ਦੇ ਕਾਰਨ ਨਿਊ ਈਅਰ ਈਵ ਉੱਤੇ 10,000 ਤੋਂ ਵੱਧ ਲੋਕਾਂ ਨੂੰ ਆਪਣੇ ਘਰ ਛੱਡ ਕੇ ਬੇਘਰ ਹੋਣਾ ਪਿਆ। ਇਹਨਾਂ 10,000 ਲੋਕਾਂ ਨੂੰ ਸੁਰੱਖਿਅਤ ਥਾਵਾਂ ਉੱਤੇ ਪਹੁੰਚਾਇਆ ਜਾ ਰਿਹਾ ਹੈ। ਤੇਜ਼ ਹਵਾਵਾਂ ਨੇ ਇਸ ਵਾਈਲਡ ਫਾਇਰ ਨੂੰ ਫੈਲਣ ਦੇ ਵਿੱਚ ਹੋਰ ਵੀ ਮਦਦ ਕੀਤੀ। ਜਾਣਕਾਰੀ ਅਨੁਸਾਰ ਅੱਗ ਲੱਗਣ ਸਮੇਂ ਇੱਥੇ 169 ਕਿਲੋਮੀਟਰ ਪ੍ਰਤੀ ਘੰਟਾ ਦੇ ਹਿਸਾਬ ਨਾਲ ਬੇਹੱਦ ਤੇਜ਼ ਹਵਾਵਾਂ ਚੱਲ ਰਹੀਆਂ ਸਨ, ਜਿਸ ਨੇ ਪਲਾਂ ਵਿੱਚ ਇਸ ਅੱਗ ਨੂੰ ਕਿਤੇ ਦੀ ਕਿਤੇ ਪਹੁੰਚਾ ਦਿੱਤਾ ਅਤੇ ਹੁਣ ਤੱਕ ਇਹ ਅੱਗ 6000 ਹੈਕਟੇਅਰ ਏਕੜ ਵਿੱਚ ਫੈਲ ਚੁੱਕੀ ਹੈ। ਹਾਲਾਂਕਿ ਇਸ ਦੌਰਾਨ ਰਾਹਤ ਵਾਲੀ ਗੱਲ ਇਹ ਰਹੀ ਕਿ 1000 ਘਰ ਸੜਨ ਤੋਂ ਬਾਅਦ ਵੀ ਇੱਕ ਵੀ ਵਿਅਕਤੀ ਦੀ ਮੌਤ ਦਾ ਮਾਮਲਾ ਸਾਹਮਣੇ ਨਹੀਂ ਆਇਆ, ਜਿਸ ਨੂੰ ਅਧਿਕਾਰੀਆਂ ਵੱਲੋਂ ਨਵੇਂ ਸਾਲ ਦਾ ਚਮਤਕਾਰ ਵੀ ਦੱਸਿਆ ਜਾ ਰਿਹਾ ਹੈ। ਇਸ ਦੌਰਾਨ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਸੂਬੇ ਦੇ ਗਵਰਨਰ ਨਾਲ ਗੱਲ ਵੀ ਕੀਤੀ ਹੈ ਅਤੇ ਉਹਨਾਂ ਨੂੰ ਹਰ ਮਦਦ ਦੇਣ ਦਾ ਭਰੋਸਾ ਵੀ ਦਿਵਾਇਆ। ਇਸ ਦੇ ਨਾਲ ਹੀ ਜੋ ਬਾਈਡਨ ਨੇ ਇਸ ਨੂੰ ਡਿਜ਼ਾਸਟਰ ਐਲਾਨ ਦਿੱਤਾ, ਜਦਕਿ ਗਵਰਨਰ ਨੇ ਐਮਰਜੈਂਸੀ ਦਾ ਐਲਾਨ ਸੂਬੇ ਵਿੱਚ ਕਰ ਦਿੱਤਾ ਹੈ। ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਤੇਜ਼ ਹਵਾਵਾਂ ਨੇ ਅੱਗ ਦੀਆਂ ਲਪਟਾਂ ਨੂੰ ਹੋਰ ਵੀ ਵਿਨਾਸ਼ਕਾਰੀ ਅਤੇ ਵੱਡਾ ਬਣਾ ਦਿੱਤਾ ਹੈ, ਜਿਸ ਕਰਕੇ ਕੁਝ ਹੀ ਘੰਟਿਆਂ ਵਿੱਚ 1000 ਤੋਂ ਵੱਧ ਘਰ ਸੜ ਕੇ ਸੁਆਹ ਹੋ ਚੁੱਕੇ ਨੇ ਅਤੇ ਹੋਰ ਬਹੁਤ ਸਾਰੀ ਮਸ਼ੀਨਰੀ ਵਹੀਕਲ ਸੜ ਕੇ ਵੀ ਇਸ ਅੱਗ ਵਿੱਚ ਸੁਆਹ ਹੋ ਚੁੱਕੇ ਨੇ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੇ ਨਵੇਂ ਸਾਲ ਦੀ ਕੈਨੇਡਾ ਵਾਸੀਆਂ ਨੂੰ ਵਧਾਈ ਦਿੱਤੀ ਹੈ। ਇਸ ਦੌਰਾਨ ਉਹਨਾਂ ਵੱਲੋਂ ਇੱਕ ਖਾਸ ਸੰਦੇਸ਼ ਜਾਰੀ ਕੀਤਾ ਗਿਆ, ਜਿਸ ਵਿੱਚ ਉਹਨਾਂ ਨੇ 2021 ਦੀਆਂ ਕੁਝ ਮੰਦਭਾਗੀਆਂ ਘਟਨਾਵਾਂ ਦਾ ਜ਼ਿਕਰ ਕਰਦਿਆਂ ਉਹਨਾਂ ਤੋਂ ਸਿੱਖ ਕੇ ਅੱਗੇ ਵਧਣ ਦੀ ਗੱਲ ਵੀ ਆਖੀ ਹੈ। ਔਰ ਉਹਨਾਂ ਨੇ ਇਹ ਵੀ ਉਮੀਦ ਪ੍ਰਗਟ ਕੀਤੀ ਹੈ ਕਿ ਵੈਕਸੀਨ ਦੇ ਸਹਾਰੇ 2022 ਵਿੱਚ ਉਹ ਕਰੋਨਾ ਵਾਇਰਸ ਦੀ ਬਿਮਾਰੀ ਨੂੰ ਖਤਮ ਕਰ ਦੇਣਗੇ ਅਤੇ ਉਸ ਤੋਂ ਬਾਅਦ ਇੱਕ ਨਵਾਂ ਅਤੇ ਮਜ਼ਬੂਤ ਕੈਨੇਡਾ ਦੀ ਸਿਰਜਣਾ ਕਰਨਗੇ। ਸੋ ਆਓ ਦੇਖਦੇ ਹਾਂ ਕਿ ਇਸ ਸੁਨੇਹੇ ਵਿੱਚ ਜਸਟਨ ਟਰੂਡੋ ਨੇ ਕੀ ਕਿਹਾ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਵੱਲੋਂ ਕੈਨੇਡਾ ਵਾਸੀਆਂ ਨੂੰ ਨਵੇਂ ਸਾਲ ਦੀ ਵਧਾਈ ਦਿੱਤੀ ਗਈ ਹੈ। ਜਸਟਨ ਟਰੂਡੋ ਵੱਲੋਂ ਇਸ ਮੌਕੇ ਇੱਕ ਲੰਬਾ ਸੰਦੇਸ਼ ਜਾਰੀ ਕੀਤਾ ਗਿਆ, ਜਿਸ ਵਿੱਚ ਉਹਨਾਂ ਨੇ 2021 ਵਿੱਚ ਵਾਪਰੀਆਂ ਮੰਦਭਾਗੀਆਂ ਘਟਨਾਵਾਂ ਦਾ ਵੀ ਜ਼ਿਕਰ ਕੀਤਾ ਹੈ ਔਰ ਇਸ ਦੇ ਨਾਲ ਇਹ ਵੀ ਜ਼ਿਕਰ ਕੀਤਾ ਹੈ ਕਿ ਕਿਵੇਂ ਕੈਨੇਡਾ ਵਾਸੀਆਂ ਨੇ ਇੱਕ ਹੋ ਕੇ ਸਾਰੀਆਂ ਮੁਸੀਬਤਾਂ ਦਾ ਸਾਹਮਣਾ ਕੀਤਾ। ਇਸ ਸੰਦੇਸ਼ ਵਿੱਚ ਜਸਟਨ ਟਰੂਡੋ ਸਭ ਤੋਂ ਪਹਿਲਾਂ ਕੋਵਿਡ-19 ਦੀ ਗੱਲ ਕਰਦੇ ਨੇ, ਜਿਸ ਵਿੱਚ ਉਹਨਾਂ ਨੇ ਕਿਹਾ ਕਿ ਲਗਾਤਾਰ ਦੂਜੇ ਸਾਲ ਵੀ ਕੋਵਿਡ-19 ਨੇ ਸਾਡੀ ਜ਼ਿੰਦਗੀ ਨੂੰ ਕਾਫੀ ਪ੍ਰਭਾਵਿਤ ਕੀਤਾ ਅਤੇ ਸਾਡੀ ਜ਼ਿੰਦਗੀ ਚੋਂ ਬਹੁਤ ਸਾਰੇ ਪਿਆਰੇ ਲੋਕਾਂ ਨੂੰ ਇਸ ਬਿਮਾਰੀ ਨੇ ਖੋਹ ਲਿਆ। ਪਰ ਇਸ ਦੇ ਨਾਲ ਹੀ ਜਸਟਨ ਟਰੂਡੋ ਨੇ ਮੂਲ ਨਿਵਾਸੀ ਭਾਈਚਾਰੇ ਨਾਲ ਜੁੜੀਆਂ ਕੁਝ ਗੱਲਾਂ ਨੂੰ ਵੀ ਯਾਦ ਕੀਤਾ, ਜਿਸ ਵਿੱਚ ਉਹਨਾਂ ਨੇ ਕਿਹਾ ਕਿ ਜਿਹੜੀਆਂ ਅਨਮਾਰਕਡ ਗ੍ਰੇਵਸ, ਭਾਵ ਕਿ ਜਿਹੜੀਆਂ ਬੇਨਾਮ ਕਬਰਾਂ ਰੈਸੀਡੈਂਟਲ ਸਕੂਲਾਂ ਵਿੱਚੋਂ ਮਿਲੀਆਂ ਸੀ, ਉਸ ਨੇ ਸਾਨੂੰ ਯਾਦ ਕਰਾਇਆ ਕਿ ਕੈਨੇਡਾ ਦੇ ਇਤਿਹਾਸ ਵਿੱਚ ਕਿੰਨੀਆਂ ਇਤਿਹਾਸਕ
ਗਲਤੀਆਂ ਹੋਈਆਂ ਨੇ। ਇਸ ਦੇ ਨਾਲ ਹੀ ਜਸਟਿਨ ਟਰੂਡੋ ਨੇ ਖਰਾਬ ਮੌਸਮ ਨਾਲ ਵੀ ਜੋ ਹਾਲਾਤ ਪੈਦਾ ਹੋਏ ਉਹਨਾਂ ਸੰਬੰਧੀ ਵੀ ਗੱਲਬਾਤ ਕੀਤੀ ਹੈ, ਜਿਸ ਵਿੱਚ ਉਹਨਾਂ ਨੇ ਕੈਨੇਡਾ ਦੇ ਜੰਗਲਾਂ 'ਚ ਲੱਗੀਆਂ ਭਿਆਨਕ ਅੱਗਾਂ ਦਾ ਜ਼ਿਕਰ ਕੀਤਾ, ਹੜ੍ਹ ਦਾ ਵੀ ਜ਼ਿਕਰ ਕੀਤਾ ਤੇ ਨਾਲ ਹੀ ਪੈ ਰਹੀ ਭਾਰੀ ਠੰਡ ਦਾ ਵੀ ਜ਼ਿਕਰ ਕੀਤਾ। ਟਰੂਡੋ ਨੇ ਹੀਟ ਵੇਵ, ਵਾਈਲਡ ਫਾਇਰ ਅਤੇ ਹੜ੍ਹਾਂ ਦੀ ਗੱਲ ਕਰਦਿਆਂ ਇਹ ਯਾਦ ਕਰਵਾਇਆ ਕਿ ਇਸ ਵਕਤ ਕਲਾਈਮੇਟ ਚੇਂਜ ਦੁਨੀਆ ਲਈ ਵੱਡਾ ਖਤਰਾ ਬਣਦਾ ਜਾ ਰਿਹਾ ਹੈ, ਜਿਸ ਉੱਤੇ ਉਹਨਾਂ ਨੂੰ ਤੇਜ਼ੀ ਨਾਲ ਕੰਮ ਕਰਨ ਦੀ ਲੋੜ ਹੈ। ਜਸਟਿਨ ਟਰੂਡੋ ਨੇ ਉਮੀਦ ਜਤਾਈ ਹੈ ਕਿ ਆਉਣ ਵਾਲੇ ਸਾਲ ਵਿੱਚ ਵੱਖ-ਵੱਖ ਭਾਈਚਾਰੇ ਅਤੇ ਕਮਿਊਨਿਟੀਆਂ ਇੱਕ ਹੋ ਕੇ ਚੱਲਣਗੀਆਂ ਅਤੇ ਕੈਨੇਡਾ ਨੂੰ ਹੋਰ ਮਜ਼ਬੂਤ ਕਰਨ ਦਾ ਕੰਮ ਕਰਨਗੀਆਂ ਅਤੇ ਆਉਣ ਵਾਲੀਆਂ ਮੁਸੀਬਤਾਂ ਨਾਲ ਇਕੱਠੇ ਹੋ ਕੇ ਲੜਨਗੀਆਂ। ਟਰੂਡੋ ਨੇ ਆਪਣੇ ਸੰਦੇਸ਼ ਦੇ ਆਖਰੀ ਪੈਰੇ ਵਿੱਚ ਜ਼ਿਕਰ ਕੀਤਾ ਹੈ ਕਿ ਉਹਨਾਂ ਨੂੰ ਉਮੀਦ ਹੈ ਕਿ ਅਗਲੇ ਸਾਲ ਉਹ ਪੈਂਡੈਮਿਕ ਨੂੰ ਖਤਮ ਕਰਕੇ ਕੈਨੇਡਾ ਨੂੰ ਰੀਬਿਲਡ ਅਤੇ ਮਜ਼ਬੂਤ ਕਰਨ ਦਾ ਕੰਮ ਕਰਨਗੇ। ਉਹਨਾਂ ਨੇ ਇੱਕ ਵਾਰੀ ਫਿਰ ਆਪਣੇ ਪਰਿਵਾਰ ਵੱਲੋਂ ਅਤੇ ਆਪਣੇ ਵੱਲੋਂ ਕੈਨੇਡਾ ਵਾਸੀਆਂ ਨੂੰ ਨਵੇਂ ਸਾਲ ਦੀ ਵਧਾਈ ਦਿੱਤੀ। ਅੰਟਾਰੀਓ ਵਿੱਚ ਇੱਕ ਵਾਰੀ ਫਿਰ ਕਰੋਨਾ ਦੇ ਰਿਕਾਰਡ ਤੋੜ ਮਾਮਲੇ ਦਰਜ ਕੀਤੇ ਜਾ ਰਹੇ ਨੇ। ਅੱਜ ਸਾਲ ਦਾ ਅਖੀਰਲਾ ਦਿਨ ਹੈ ਤੇ ਅੱਜ ਇਹ ਰਿਕਾਰਡ ਤੋੜਦਿਆਂ ਅੰਟਾਰੀਓ ਵਿੱਚ 16,713 ਕਰੋਨਾ ਵਾਇਰਸ ਦੇ ਮਾਮਲੇ ਦਰਜ ਕੀਤੇ ਗਏ ਨੇ, ਜਦਕਿ ਇਸ ਦੌਰਾਨ 15 ਲੋਕਾਂ ਦੀ ਮੌਤ ਹੋਈ ਹੈ। ਅੰਟਾਰੀਓ ਨੇ ਕਰੋਨਾ ਵਾਇਰਸ ਦੇ ਮਾਮਲਿਆਂ ਵਿੱਚ ਇੱਕ ਵਾਰੀ ਫਿਰ ਰਿਕਾਰਡ ਤੋੜ ਦਿੱਤਾ ਹੈ ਅਤੇ ਇੱਥੇ ਇਸ ਵਕਤ ਰਿਕਾਰਡ ਐਕਟਿਵ ਕੇਸ ਵੀ ਦਰਜ ਕੀਤੇ ਜਾ ਰਹੇ ਨੇ। ਨਿਊ ਈਅਰ ਈਵ ਉੱਤੇ ਅੰਟਾਰੀਓ 'ਚ 16,713 ਕਰੋਨਾ ਵਾਇਰਸ ਦੇ ਕੇਸ ਬੀਤੇ 24 ਘੰਟਿਆਂ ਦੌਰਾਨ ਸਾਹਮਣੇ ਆਏ ਨੇ, ਜਦਕਿ 15 ਲੋਕਾਂ ਦੀ ਮੌਤ ਹੋਈ ਹੈ। ਉੱਥੇ ਹੀ ਹਸਪਤਾਲ ਵਿੱਚ ਹੀ ਵੱਡੀ ਗਿਣਤੀ ਵਿੱਚ ਲੋਕ ਦਾਖਲ ਨੇ। ਸਰਕਾਰ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਦੇ ਅਨੁਸਾਰ 1144 ਲੋਕ ਇਸ ਵਕਤ ਕਰੋਨਾ ਦੇ ਮਰੀਜ਼ ਹਸਪਤਾਲਾਂ ਵਿੱਚ ਦਾਖਲ ਨੇ, ਜਦਕਿ ਇਹਨਾਂ ਵਿੱਚੋਂ 205 ਨੂੰ ICU ਵਿੱਚ ਰੱਖਿਆ ਗਿਆ ਅਤੇ ਇਹਨਾਂ ਚੋਂ 104 ਵੈਂਟੀਲੇਟਰ ਉੱਤੇ ਨੇ, ਜਿਨ੍ਹਾਂ ਨੂੰ ਸਾਹ ਲੈਣ ਵਿੱਚ ਸਹਾਇਤਾ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਬੀਤੇ 24 ਘੰਟਿਆਂ ਦੌਰਾਨ 75,000 ਤੋਂ ਵੱਧ ਕੋਵਿਡ ਦੇ ਟੈਸਟ ਕੀਤੇ ਗਏ ਨੇ, ਜਿਸ ਵਿੱਚੋਂ 29.8% ਦੇ ਹਿਸਾਬ ਨਾਲ ਪੋਜ਼ਿਟਿਵ ਕਰੋਨਾ ਦੇ ਕੇਸ ਸਾਹਮਣੇ ਆ ਰਹੇ ਨੇ। ਸੂਬੇ 'ਚ ਇਸ ਵਕਤ 98,822 ਕੋਵਿਡ ਦੇ ਐਕਟਿਵ ਕੇਸ ਨੇ, ਜਦਕਿ ਬੀਤੇ 24 ਘੰਟਿਆਂ ਦੌਰਾਨ 15 ਲੋਕਾਂ ਦੀ ਮੌਤ ਹੋਈ ਹੈ। ਜਾਣਕਾਰੀ ਵਿੱਚ ਇਹ ਵੀ ਸਾਹਮਣੇ ਆਇਆ ਕਿ ਬੀਤੇ ਇੱਕ ਦਿਨ ਦੌਰਾਨ 40 ਲੌਂਗ ਟਰਮ ਕੇਅਰ ਹੋਮ ਵਿੱਚ ਕਰੋਨਾ ਆਊਟਬ੍ਰੇਕ ਹੋਇਆ ਅਤੇ ਹੁਣ ਕੁੱਲ ਮਿਲਾ ਕੇ ਸੂਬੇ ਦੇ 98 ਲੌਂਗ ਟਰਮ ਕੇਅਰ ਹੋਮਸ ਵਿੱਚ ਕੋਵਿਡ ਦੇ ਕੇਸ ਪਾਏ ਜਾ ਰਹੇ ਨੇ। ਇੱਥੇ ਜ਼ਿਕਰਯੋਗ ਹੈ ਕਿ ਲਗਾਤਾਰ ਅੰਟਾਰੀਓ ਅਤੇ ਕਿਊਬਕ ਚੋਂ ਵੱਡੀ ਗਿਣਤੀ 'ਚ ਕੇਸ ਸਾਹਮਣੇ ਆ ਰਹੇ ਨੇ। ਜਿੱਥੇ ਕਿਊਬਕ ਵਿੱਚ ਅੱਜ 16,400 ਮਾਮਲੇ ਸਾਹਮਣੇ ਆਏ, ਉੱਥੇ ਹੀ ਅੰਟਾਰੀਓ ਵਿੱਚ ਅੱਜ 16,713 ਕੋਵਿਡ ਦੇ ਮਾਮਲੇ ਸਾਹਮਣੇ ਆਏ, ਜਿਸ ਨੇ ਸਰਕਾਰ ਦੀ ਚਿੰਤਾ ਵੀ ਵਧਾ ਦਿੱਤੀ ਹੈ। ਦੂਜੇ ਪਾਸੇ ਕਿਊਬਕ ਵਿੱਚ ਵੀ ਅੱਜ ਰਿਕਾਰਡ ਤੋੜ ਮਾਮਲੇ ਸਾਹਮਣੇ ਆਏ। ਕੱਲ ਕਿਊਬਕ ਵਿੱਚ ਅੰਟਾਰੀਓ ਨਾਲੋਂ ਵੱਧ ਮਾਮਲੇ ਦਰਜ ਕੀਤੇ ਗਏ ਸੀ, ਪਰ ਅੱਜ ਕਿਊਬਕ ਵਿੱਚ ਅੰਟਾਰੀਓ ਨਾਲੋਂ ਘੱਟ ਮਾਮਲੇ ਆਏ, ਪਰ ਅੱਜ ਇੱਥੇ 16,000 ਤੋਂ ਵੱਧ ਮਾਮਲੇ ਦਰਜ ਕੀਤੇ ਗਏ, ਜਦਕਿ 16,000 ਤੋਂ ਵੱਧ ਮਾਮਲੇ ਹੀ ਅੰਟਾਰੀਓ ਵਿੱਚ ਸਾਹਮਣੇ ਆਏ ਸੀਗੇ। ਸੋ ਇਹਨਾਂ ਦੋਨਾਂ ਸੂਬਿਆਂ ਵਿੱਚ ਇਸ ਵਕਤ ਐਕਟਿਵ ਕੇਸਾਂ ਦੀ ਗਿਣਤੀ 1 ਲੱਖ ਦੇ ਆਸ-ਪਾਸ ਪਹੁੰਚ ਚੁੱਕੀ ਹੈ। ਕਿਊਬਕ ਵਿੱਚ ਕਰੋਨਾ ਦੇ ਇੱਕ ਵਾਰੀ ਫਿਰ ਰਿਕਾਰਡ ਤੋੜ ਮਾਮਲੇ ਦਰਜ ਕੀਤੇ ਗਏ ਨੇ। 2021 ਦੇ ਅੱਜ ਅਖੀਰਲੇ ਦਿਨ 31 ਦਸੰਬਰ ਨੂੰ ਕਿਊਬਕ ਵਿੱਚ 16,461 ਕਰੋਨਾ ਵਾਇਰਸ ਦੇ ਨਵੇਂ ਮਾਮਲੇ ਦਰਜ ਕੀਤੇ ਗਏ ਨੇ, ਜਦਕਿ 13 ਲੋਕਾਂ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਅੱਜ ਦੇ 16,000 ਕੇਸਾਂ ਨਾਲ ਹੁਣ ਕਿਊਬਕ ਵਿੱਚ ਕੁੱਲ ਕੇਸਾਂ ਦੀ ਗਿਣਤੀ 6,03,068 ਹੋ ਚੁੱਕੀ ਹੈ, ਜਿਸ ਵਿੱਚੋਂ 11,724 ਲੋਕਾਂ ਦੀ ਮੌਤ ਹੋ ਚੁੱਕੀ ਹੈ। ਕਿਊਬਕ ਵਿੱਚ ਕਰੋਨਾ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਹਸਪਤਾਲਾਂ ਵਿੱਚ ਵੀ ਵਧ ਰਹੀ ਹੈ ਤੇ ਇਸ ਵੇਲੇ 1,063 ਕਰੋਨਾ ਮਰੀਜ਼ ਹਸਪਤਾਲ ਵਿੱਚ ਦਾਖਲ ਨੇ, ਜਿਨ੍ਹਾਂ ਵਿੱਚੋਂ 151 ICU ਵਿੱਚ ਦਾਖਲ ਨੇ, ਜਿਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਬੀਤੇ 24 ਘੰਟਿਆਂ ਦੌਰਾਨ 124 ਹੋਰ ਲੋਕਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ, ਜਦਕਿ ਇਹਨਾਂ ਵਿੱਚੋਂ 13 ICU ਵਿੱਚ ਦਾਖਲ ਕੀਤੇ ਗਏ। ਕਿਊਬਕ ਵਿੱਚ ਐਕਟਿਵ ਕੇਸਾਂ ਦੀ ਗਿਣਤੀ 1 ਲੱਖ ਤੋਂ ਪਾਰ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ, ਜਦਕਿ ਅਧਿਕਾਰਕ ਤੌਰ ਤੇ ਅੱਜ ਇਸ ਸੰਬੰਧੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਪਰ ਬੀਤੇ ਦਿਨ 86,000 ਐਕਟਿਵ ਕੇਸ ਕਿਊਬਕ ਵਿੱਚ ਦਰਜ ਕੀਤੇ ਗਏ ਸਨ ਅਤੇ ਅੱਜ ਆਏ 16,000 ਕੇਸਾਂ ਨਾਲ ਇਹ ਗਿਣਤੀ 1 ਲੱਖ ਤੋਂ ਪਾਰ ਹੋਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ। ਜਦਕਿ ਬੀਤੇ 24 ਘੰਟਿਆਂ ਦੌਰਾਨ ਕਿੰਨੇ ਲੋਕ ਰਿਕਵਰ ਹੋਏ ਨੇ, ਇਸ ਸੰਬੰਧੀ ਵੀ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ। ਕਿਊਬਕ ਵਿੱਚ ਅੱਜ ਤੋਂ ਕੁਝ ਸਖਤੀਆਂ ਲਾਗੂ ਕੀਤੀਆਂ ਜਾ ਰਹੀਆਂ ਨੇ, ਜਿਸ ਵਿੱਚ ਵਿਵਾਦਿਤ ਨਾਈਟ ਕਰਫਿਊ ਵੀ ਸ਼ੁਰੂ ਹੋ ਜਾਵੇਗਾ। ਅੱਜ ਰਾਤ 10 ਵਜੇ ਤੋਂ ਲੈ ਕੇ ਸਵੇਰ 5 ਵਜੇ ਤੱਕ ਪਹਿਲਾ ਨਾਈਟ ਕਰਫਿਊ ਲੱਗੇਗਾ ਅਤੇ ਅਗਲੇ ਹੁਕਮਾਂ ਤੱਕ ਜਾਰੀ ਰਹੇਗਾ।
ਜਦਕਿ ਰੈਸਟੋਰੈਂਟ ਵਿੱਚ ਡਾਈਨਿੰਗ ਬੰਦ ਕਰ ਦਿੱਤੀ ਗਈ ਹੈ ਅਤੇ ਇਸ ਦੇ ਨਾਲ ਹੀ ਸਕੂਲ ਵੀ ਹੱਲੇ ਡਿਲੇ ਕਰ ਦਿੱਤੇ ਗਏ ਨੇ। ਉੱਥੇ ਹੀ ਘਰਾਂ ਦੇ ਵਿੱਚ ਇਕੱਠ ਕਰਨ ਤੇ ਵੀ ਪਾਬੰਦੀ ਲਾ ਦਿੱਤੀ ਗਈ ਅਤੇ ਕੋਈ ਵੀ ਵਿਅਕਤੀ ਕਿਸੇ ਹੋਰ ਦੇ ਘਰ ਜਾ ਕੇ ਪਾਰਟੀ ਜਾਂ ਕੋਈ ਸੈਲੀਬ੍ਰੇਸ਼ਨ ਨਹੀਂ ਕਰ ਸਕੇਗਾ। ਜਦਕਿ ਜਿਹੜੇ ਲੋਕ ਇਕੱਲੇ ਰਹਿੰਦੇ ਨੇ, ਜਿਨ੍ਹਾਂ ਨੂੰ ਕੇਅਰ ਗਿਵਰਸ ਦੀ ਲੋੜ ਪੈਂਦੀ ਹੈ, ਉੱਥੇ ਕੇਅਰ ਗਿਵਰਸ ਜਾ ਕੇ ਆਪਣਾ ਕੰਮ ਕਰ ਸਕਦੇ ਨੇ। ਕਿਊਬੈਕ ਸਰਕਾਰ ਵੱਲੋਂ ਲਗਾਤਾਰ ਵੈਕਸੀਨ ਦਾ ਕੰਮ ਤੇਜ਼ੀ ਨਾਲ ਵਧਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਵੱਧ ਤੋਂ ਵੱਧ ਲੋਕਾਂ ਦੇ ਬੂਸਟਰ ਸ਼ਾਟ ਲਾਉਣ ਲਈ ਤਿਆਰੀ ਕੀਤੀ ਜਾ ਰਹੀ ਹੈ ਅਤੇ ਇਸ ਦੇ ਨਾਲ ਹੀ ਲੋਕਾਂ ਨੂੰ ਵੀ ਇਸ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਸ਼ਿਕਾਗੋ ਤੋਂ ਆਈਸਲੈਂਡ ਤੱਕ ਜਾ ਰਹੀ ਇੱਕ ਫਲਾਈਟ ਵਿੱਚ ਇੱਕ ਔਰਤ ਨੂੰ ਉੱਥੇ ਵਾਸ਼ਰੂਮ ਵਿੱਚ ਹੀ ਕੁਆਰੰਟਾਈਨ ਕਰਨਾ ਪਿਆ, ਕਿਉਂਕਿ ਉਸਨੇ ਜਦੋਂ ਫਲਾਈਟ ਦੇ ਵਿੱਚ ਆਪਣੀ ਸਿਹਤ ਵਿਗੜਦੀ ਦੇਖੀ ਤਾਂ ਉੱਥੇ ਉਸਨੇ ਰੈਪਿਡ ਟੈਸਟ ਕੀਤਾ ਅਤੇ ਜਿਸ ਵਿੱਚ ਉਸਦੀ ਕਰੋਨਾ ਰਿਪੋਰਟ ਪੋਜ਼ਿਟਿਵ ਆਈ, ਜਿਸ ਤੋਂ ਬਾਅਦ ਉਹ ਕਾਫੀ ਘਬਰਾ ਗਈ ਅਤੇ ਫਿਰ ਬਾਕੀ ਦੀ ਫਲਾਈਟ ਉਸਨੇ ਵਾਸ਼ਰੂਮ ਵਿੱਚ ਬਹਿ ਕੇ ਹੀ ਕੱਟੀ। ਸੋ ਵਾਸ਼ਰੂਮ ਵਿੱਚ ਉਸਨੇ 3 ਘੰਟੇ ਤੱਕ ਕੁਆਰੰਟਾਈਨ ਕੀਤਾ ਤੇ ਉਸ ਤੋਂ ਅੱਗੇ ਫਿਰ ਕੀ ਹੋਇਆ ਦੇਖਦੇ ਹਾਂ ਇਸ ਖਬਰ ਦੇ ਵਿੱਚ। ਉੱਡਦੀ ਫਲਾਈਟ ਦੌਰਾਨ ਇੱਕ 19 ਸਾਲ ਦੀ ਲੜਕੀ ਨੂੰ 3 ਘੰਟੇ ਲਈ ਬਾਥਰੂਮ ਵਿੱਚ ਹੀ ਕੁਆਰੰਟਾਈਨ ਕਰਨਾ ਪਿਆ, ਜੋ ਕਿ ਸ਼ਿਕਾਗੋ ਤੋਂ ਆਈਸਲੈਂਡ ਨੂੰ ਜਾ ਰਹੀ ਸੀ। ਇਹ ਘਟਨਾ ਬੀਤੇ 19 ਦਸੰਬਰ ਦੀ ਹੈ, ਜਦੋਂ ਮਾਰੀਸ਼ਾ ਫੋਸ਼ੀਓ ਨਾਂ ਦੀ ਇੱਕ ਲੜਕੀ ਸ਼ਿਕਾਗੋ ਤੋਂ ਆਈਸਲੈਂਡ ਨੂੰ ਆਪਣੇ ਪਿਤਾ ਅਤੇ ਭਰਾ ਨਾਲ ਜਾ ਰਹੀ ਸੀ। ਇਸ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਪੀੜਤ ਲੜਕੀ ਨੇ ਦੱਸਿਆ ਕਿ ਉਸਨੇ ਫਲਾਈਟ ਤੋਂ ਪਹਿਲਾਂ 2 PCR ਅਤੇ 5 ਰੈਪਿਡ ਟੈਸਟ ਕਰਵਾਏ ਸਨ, ਜੋ ਕਿ ਸਾਰੇ ਹੀ ਨੈਗੇਟਿਵ ਆਏ। ਪਰ ਫਲਾਈਟ ਉੱਡਣ ਤੋਂ 1.5 ਘੰਟਾ ਬਾਅਦ ਉਸ ਦੇ ਗਲੇ ਵਿੱਚ ਖਾਰਿਸ਼ ਸ਼ੁਰੂ ਹੋ ਗਈ ਅਤੇ ਇਸ ਦੇ ਨਾਲ ਹੀ ਸਿਰ ਪੀੜ ਵੀ ਸਟਾਰਟ ਹੋ ਗਈ, ਜਿਸ ਤੋਂ ਬਾਅਦ ਉਸ ਦੇ ਦਿਮਾਗ ਵਿੱਚ ਆਇਆ ਕਿ ਉਸ ਨੂੰ ਇੱਕ ਹੋਰ ਰੈਪਿਡ ਟੈਸਟ ਕਰਨਾ ਚਾਹੀਦਾ ਹੈ। ਹੋ ਸਕਦਾ ਕਿ ਉਹ ਨੈਗੇਟਿਵ ਹੋਣ ਤੋਂ ਬਾਅਦ ਉਸ ਨੂੰ ਕੁਝ ਚੰਗਾ ਫੀਲ ਹੋਵੇ। ਇਸ ਤੋਂ ਬਾਅਦ ਉਸਨੇ ਫਲਾਈਟ ਵਿੱਚ ਵਾਸ਼ਰੂਮ ਜਾ ਕੇ ਆਪਣਾ ਰੈਪਿਡ ਟੈਸਟ ਕੀਤਾ ਅਤੇ ਉਸ ਦਾ ਨਤੀਜਾ ਦੇਖ ਕੇ ਉਹ ਹੈਰਾਨ ਰਹਿ ਗਈ। ਉਸ ਦਾ ਕੋਵਿਡ ਟੈਸਟ ਪੋਜ਼ਿਟਿਵ ਆਇਆ, ਜਿਸ ਤੋਂ ਬਾਅਦ ਉਹ ਰੋਣ ਲੱਗ ਪਈ ਅਤੇ ਉਹ ਆਪਣੇ ਪਰਿਵਾਰ ਕੋਲ ਗਈ। ਪੀੜਤ ਲੜਕੀ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਨੂੰ ਲੈ ਕੇ ਵੀ ਚਿੰਤਾ ਵਿੱਚ ਸੀ, ਕਿਉਂਕਿ ਉਸਨੇ ਉਸ ਨਾਲ ਕੁਝ ਸਮਾਂ ਪਹਿਲਾਂ ਹੀ ਡਿਨਰ ਕੀਤਾ ਸੀ ਅਤੇ ਇਸ ਦੇ ਨਾਲ ਹੀ ਉਸ ਨੂੰ ਫਲਾਈਟ ਵਿੱਚ ਬੈਠੇ ਬਾਕੀ ਲੋਕਾਂ ਦੀ ਵੀ ਚਿੰਤਾ ਸੀ। ਜਿਸ ਤੋਂ ਬਾਅਦ ਉਸਨੇ 에ਅਰਲਾਈਨਸ ਦੇ ਸਟਾਫ ਨਾਲ ਸੰਪਰਕ ਕੀਤਾ, ਜਿਸ ਤੋਂ ਬਾਅਦ ਇਸ ਗੱਲ ਦਾ ਵਿਚਾਰ ਹੋਣ ਲੱਗਾ ਕਿ ਉਸ ਨੂੰ ਬਾਕੀਆਂ ਨਾਲੋਂ ਅਲੱਗ ਕਿਵੇਂ ਰੱਖਿਆ ਜਾਵੇ। ਪੀੜਤ ਲੜਕੀ ਨੇ ਦੱਸਿਆ ਕਿ ਉਸ ਦੇ ਮਨ ਵਿੱਚ ਇਹ ਵੀ ਵਿਚਾਰ ਸੀ ਅਤੇ ਇਹ ਸਲਾਹ ਵੀ ਦਿੱਤੀ ਗਈ ਸੀ ਕਿ ਉਹ ਬਾਕੀਆਂ ਨਾਲੋਂ ਵੱਖ ਸਿਰਫ ਆਪਣੀ ਸੀਟ ਤੇ ਬੈਠੇ, ਪਰ ਇਸ ਤਰੀਕੇ ਦੀ ਕੋਈ ਵੀ ਸੀਟ ਅਵੇਲੇਬਲ ਨਹੀਂ ਸੀ ਕਿਉਂਕਿ ਫਲਾਈਟ ਪੂਰੇ ਤਰੀਕੇ ਨਾਲ ਫੁੱਲ ਸੀ। ਇਸ ਤੋਂ ਬਾਅਦ ਉਸਨੇ ਖੁਦ ਇਹ ਸੁਝਾਅ ਦਿੱਤਾ ਕਿ ਉਹ ਵਾਸ਼ਰੂਮ ਵਿੱਚ ਹੀ ਬੈਠ ਜਾਵੇਗੀ ਜਦ ਤੱਕ ਫਲਾਈਟ ਆਪਣੀ ਡੈਸਟੀਨੇਸ਼ਨ ਤੱਕ ਨਹੀਂ ਪਹੁੰਚ ਸਕਦੀ। ਇਸੇ ਦੌਰਾਨ ਹੀ ਫਲਾਈਟ ਅੰਦਰ ਇੱਕ ਵਾਸ਼ਰੂਮ ਆਊਟ ਆਫ ਆਰਡਰ ਸੀ, ਜਿਸ ਵਿੱਚ ਉਹ 3 ਘੰਟੇ ਤੱਕ ਬੈਠੀ ਰਹੀ। ਜਦੋਂ ਫਲਾਈਟ ਆਈਸਲੈਂਡ ਦੀ ਧਰਤੀ ਤੇ ਪਹੁੰਚੀ ਤਾਂ ਸਭ ਤੋਂ ਅਖੀਰ ਦੇ ਵਿੱਚ ਇਸ ਪੀੜਤ ਲੜਕੀ ਅਤੇ ਉਸਦੇ ਪਰਿਵਾਰ ਨੂੰ ਫਲਾਈਟ ਵਿੱਚੋਂ ਉਤਾਰਿਆ ਗਿਆ, ਜਿੱਥੇ ਉਹਨਾਂ ਤਿੰਨਾਂ ਦਾ ਦੁਬਾਰਾ PCR ਟੈਸਟ ਕੀਤਾ ਗਿਆ, ਜਿੱਥੇ ਪੀੜਤ ਲੜਕੀ ਦੇ ਪਿਤਾ ਅਤੇ ਭਰਾ ਦਾ ਟੈਸਟ ਨੈਗੇਟਿਵ ਆਇਆ ਤੇ ਉਹਨਾਂ ਨੇ ਆਪਣੀ ਅਗਲੀ ਕਨੈਕਟਡ ਫਲਾਈਟ ਫੜ ਲਈ, ਜੋ ਕਿ ਸਵਿਟਜ਼ਰਲੈਂਡ ਜਾਣੀ ਸੀ। ਜਦ ਕਿ ਪੀੜਤ ਲੜਕੀ ਨੂੰ ਆਈਸਲੈਂਡ ਵਿੱਚ ਹੀ ਇੱਕ ਰੈੱਡ ਕਰਾਸ ਦੇ ਹੋਟਲ 'ਚ ਕੁਆਰੰਟਾਈਨ ਕਰਨਾ ਪਿਆ ਅਤੇ ਉੱਥੋਂ 10 ਦਿਨ ਬਾਅਦ ਫਿਰ ਉਹ ਅੱਗੇ ਪਹੁੰਚੀ। ਕਰੋਨਾ ਵਾਇਰਸ ਦੇ ਵੱਧ ਰਹੇ ਕੇਸਾਂ ਦੇ ਦੌਰਾਨ ਬਹੁਤ ਸਾਰੀਆਂ ਸਖਤੀਆਂ ਵੀ ਕੀਤੀਆਂ ਜਾ ਰਹੀਆਂ ਨੇ, ਪਰ ਕੁਝ ਨਿਯਮਾਂ 'ਚ ਢਿੱਲ ਵੀ ਦਿੱਤੀ ਜਾ ਰਹੀ ਹੈ, ਜਿਸ ਵਿੱਚ ਆਈਸੋਲੇਸ਼ਨ ਦੇ ਨਿਯਮਾਂ 'ਚ ਕੁਝ ਬਦਲਾਵ ਕੀਤਾ ਗਿਆ। ਹੁਣ ਤੱਕ 3 ਸੂਬਿਆਂ ਨੇ ਇਸ ਸੰਬੰਧੀ ਬਦਲਾਵ ਕੀਤਾ, ਜਿਸ ਵਿੱਚ ਅੰਟਾਰੀਓ, ਅਲਬਰਟਾ ਅਤੇ BC ਨੇ ਆਈਸੋਲੇਸ਼ਨ ਦਾ ਪੀਰੀਅਡ ਘਟਾ ਕੇ 5 ਦਿਨ ਤੱਕ ਕਰ ਦਿੱਤਾ ਗਿਆ। ਅਗਰ ਕਿਸੇ ਦੇ ਵੈਕਸੀਨ ਨਹੀਂ ਲੱਗੀ ਜਾਂ ਉਸ ਨੂੰ ਕੋਵਿਡ ਦੇ ਲੱਛਣ ਦਿਖਾਈ ਦੇ ਰਹੇ ਨੇ ਤਾਂ ਉਸ ਨੂੰ 10 ਦਿਨ ਤੱਕ ਵੀ ਇਹ ਜਿਹੜੀ ਆਈਸੋਲੇਸ਼ਨ ਵਿੱਚ ਰਹਿਣਾ ਪੈ ਸਕਦਾ, ਪਰ ਜਿਹੜੇ ਫੁੱਲੀ ਵੈਕਸੀਨੇਟਡ ਨੇ ਉਹਨਾਂ ਦਾ ਹੁਣ ਆਈਸੋਲੇਸ਼ਨ ਪੀਰੀਅਡ ਸਿਰਫ 5 ਦਿਨ ਦਾ ਹੋਵੇਗਾ। ਕੋਵਿਡ-19 ਦੌਰਾਨ ਆਈਸੋਲੇਸ਼ਨ ਨੂੰ ਲੈ ਕੇ ਵੱਖ-ਵੱਖ ਸੂਬਿਆਂ ਵੱਲੋਂ ਨਿਯਮਾਂ 'ਚ ਬਦਲਾਵ ਕੀਤਾ ਜਾ ਰਿਹਾ, ਜਿੱਥੇ ਸਭ ਤੋਂ ਪਹਿਲਾਂ ਅੰਟਾਰੀਓ ਨੇ ਬਦਲਾਵ ਕੀਤਾ ਸੀਗਾ ਕਿ ਜਿਹੜੇ ਲੋਕ ਵੈਕਸੀਨ ਲਗਵਾ ਚੁੱਕੇ ਨੇ ਉਹਨਾਂ ਨੂੰ ਹੁਣ 10 ਦਿਨ ਦੀ ਬਜਾਏ 5 ਦਿਨ ਹੀ ਆਈਸੋਲੇਸ਼ਨ 'ਚ ਰਹਿਣਾ ਪਵੇਗਾ। ਜਦਕਿ ਇਸ ਤੋਂ ਬਾਅਦ ਹੁਣ ਅਲਬਰਟਾ ਅਤੇ ਬ੍ਰਿਟਿਸ਼ ਕੋਲੰਬੀਆ ਵੱਲੋਂ ਵੀ ਅਜਿਹਾ ਐਲਾਨ ਕਰ ਦਿੱਤਾ ਗਿਆ। ਬ੍ਰਿਟਿਸ਼ ਕੋਲੰਬੀਆ ਵਿੱਚ ਡਾਕਟਰ ਬੌਨੀ ਹੈਨਰੀ ਵੱਲੋਂ ਇਹ ਐਲਾਨ ਕੀਤਾ ਗਿਆ ਕਿ ਜਿਹੜੇ ਲੋਕ 2 ਵੈਕਸੀਨ ਦੇ ਟੀਕੇ ਲਗਵਾ ਚੁੱਕੇ ਨੇ ਉਹਨਾਂ ਨੂੰ ਹੁਣ 5 ਦਿਨ ਤੱਕ ਹੀ ਆਈਸੋਲੇਸ਼ਨ ਵਿੱਚ ਰਹਿਣਾ ਪਵੇਗਾ, ਪਰ ਜੇਕਰ ਉਹਨਾਂ ਨੂੰ ਫਿਲਹਾਲ ਲੱਛਣ ਦਿਖਾਈ ਦੇ ਰਹੇ ਨੇ ਤਾਂ ਫਿਰ ਇਸ ਦੌਰਾਨ ਉਹ ਹੋਰ ਲੰਬਾ ਆਈਸੋਲੇਸ਼ਨ ਵਿੱਚ ਰਹਿਣਗੇ। ਜਦਕਿ ਅਲਬਰਟਾ ਵਿੱਚ ਵੀ ਕੁਝ ਇਸੇ ਤਰੀਕੇ ਦਾ ਐਲਾਨ ਕਰ ਦਿੱਤਾ ਗਿਆ, ਜਿੱਥੇ ਕਿਹਾ ਗਿਆ ਕਿ ਜਿਹੜੇ ਲੋਕ ਫੁੱਲੀ ਵੈਕਸੀਨੇਟਡ ਨੇ ਉਹ 5 ਦਿਨ ਤੱਕ ਆਪਣੇ ਆਪ ਨੂੰ ਆਈਸੋਲੇਸ਼ਨ ਵਿੱਚ ਰੱਖ ਕੇ ਫਿਰ ਆਮ ਜਨ ਜੀਵਨ ਸ਼ੁਰੂ ਕਰ ਸਕਦੇ ਨੇ।
ਜੇਕਰ ਉਹਨਾਂ ਨੇ ਵੈਕਸੀਨ ਨਹੀਂ ਲਗਵਾਈ ਹੈ ਜਾਂ ਫਿਰ ਉਹਨਾਂ 'ਚ ਹੱਲੇ ਵੀ ਕੋਈ ਕੋਵਿਡ ਦੇ ਲੱਛਣ ਦਿਖਾਈ ਦੇ ਰਹੇ ਨੇ ਤਾਂ ਉਹਨਾਂ ਨੂੰ ਫਿਰ ਆਈਸੋਲੇਸ਼ਨ ਵਿੱਚ ਹੀ ਰਹਿਣਾ ਪਵੇਗਾ। ਇਹਨਾਂ ਦੋਨਾਂ ਸੂਬਿਆਂ ਵਿੱਚ ਹੀ ਕੇਸਾਂ ਦੀ ਗਿਣਤੀ ਵੀ ਕਾਫੀ ਵੱਧ ਰਹੀ ਹੈ। ਅਲਬਰਟਾ ਵਿੱਚ ਵੀ ਬੀਤੇ ਦਿਨ 4000 ਤੋਂ ਵੱਧ ਕਰੋਨਾ ਵਾਇਰਸ ਦੇ ਮਾਮਲੇ ਦਰਜ ਕੀਤੇ ਗਏ, ਜਦਕਿ ਬ੍ਰਿਟਿਸ਼ ਕੋਲੰਬੀਆ ਵਿੱਚ ਵੀ 4300 ਤੋਂ ਵੱਧ ਮਾਮਲੇ ਦਰਜ ਕੀਤੇ ਗਏ ਨੇ। ਅਲਬਰਟਾ ਵਿੱਚ ਇਸ ਵਕਤ 323 ਲੋਕ ਹਸਪਤਾਲ ਵਿੱਚ ਦਾਖਲ ਨੇ, ਜਿਨ੍ਹਾਂ ਵਿੱਚੋਂ 48 ICU ਵਿੱਚ ਦਾਖਲ ਨੇ, ਜਿਨ੍ਹਾਂ ਦੀ ਹਾਲਤ ਕਾਫੀ ਗੰਭੀਰ ਦੱਸੀ ਜਾ ਰਹੀ ਹੈ। ਅਲਬਰਟਾ ਤੋਂ ਕੋਵਿਡ ਬਾਰੇ ਅਗਲੀ ਵਿਸਥਾਰ ਨਾਲ ਜਾਣਕਾਰੀ ਹੁਣ ਛੁੱਟੀਆਂ ਤੋਂ ਬਾਅਦ 4 ਜਨਵਰੀ ਨੂੰ ਹੀ ਪ੍ਰਾਪਤ ਹੋ ਸਕੇਗੀ। BC ਵਿੱਚ ਵੀ ਐਕਟਿਵ ਕੇਸਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਤੇ ਇਸ ਵਕਤ 17,357 ਐਕਟਿਵ ਕੇਸ BC ਵਿੱਚ ਦਰਜ ਕੀਤੇ ਗਏ ਨੇ, ਜਦਕਿ BC ਵਿੱਚ ਓਮਿਕਰੋਨ ਦੇ ਵੀ 2825 ਕੇਸ ਦਰਜ ਕੀਤੇ ਗਏ ਨੇ। ਮੈਨੀਟੋਬਾ ਨੇ ਆਪਣਾ ਸਾਲ ਦਾ ਅਖੀਰਲਾ PNP ਦਾ ਡਰਾਅ ਕੱਢਿਆ, ਜਿਸ ਵਿੱਚ ਉਹਨਾਂ ਨੇ 393 ਲੋਕਾਂ ਨੂੰ PR ਦਾ ਸੱਦਾ ਦਿੱਤਾ ਹੈ। ਇਹ PNP ਰਾਹੀਂ ਉਹਨਾਂ ਨੇ ਇਨਵੀਟੇਸ਼ਨ ਜਾਰੀ ਕੀਤੇ ਨੇ, ਜਿਸ ਵਿੱਚ 3 ਸਟਰੀਮਸ ਦੇ ਵਿੱਚ ਇਹ ਇਨਵੀਟੇਸ਼ਨ ਜਾਰੀ ਕੀਤੇ ਗਏ ਅਤੇ ਪੂਰੇ ਇਸ ਸਾਲ ਦੇ ਵਿੱਚ ਮੈਨੀਟੋਬਾ ਵੱਲੋਂ 11000 ਤੋਂ ਵੱਧ ਲੋਕਾਂ ਨੂੰ ਇਨਵੀਟੇਸ਼ਨ ਭੇਜੇ ਗਏ ਨੇ ਅਤੇ ਇਹ ਉਮੀਦ ਜਤਾਈ ਜਾ ਰਹੀ ਹੈ ਕਿ ਅਗਲੇ ਸਾਲ ਦੀ ਸ਼ੁਰੂਆਤ ਤੋਂ ਲੈ ਕੇ ਐਂਡ ਤੱਕ ਇਸ ਤੋਂ ਵੀ ਵੱਧ ਇਨਵੀਟੇਸ਼ਨ ਜਿਹੜੇ ਆ ਉਹ ਮੈਨੀਟੋਬਾ ਵੱਲੋਂ ਜਾਰੀ ਕੀਤੇ ਜਾ ਸਕਦੇ ਨੇ। ਕੈਨੇਡਾ ਦੇ ਸੂਬੇ ਮੈਨੀਟੋਬਾ ਵੱਲੋਂ ਸਾਲ ਦਾ ਆਖਰੀ PNP ਡਰਾਅ ਕੱਢਿਆ ਗਿਆ, ਜਿਸ ਤਹਿਤ ਸੂਬੇ ਵੱਲੋਂ 393 ਲੋਕਾਂ ਨੂੰ ਇਨਵੀਟੇਸ਼ਨ ਭੇਜੇ ਗਏ। ਸਾਲ ਦਾ ਇਹ ਆਖਰੀ ਡਰਾਅ 30 ਦਸੰਬਰ ਨੂੰ ਕੱਢਿਆ ਗਿਆ, ਜਿਸ ਵਿੱਚ ਸਕਿਲਡ ਵਰਕਰ ਇਨ ਮੈਨੀਟੋਬਾ ਤਹਿਤ 375 ਦੇ ਸਕੋਰ ਨਾਲ 332 ਨੂੰ ਇਨਵੀਟੇਸ਼ਨ ਭੇਜਿਆ ਗਿਆ, ਜਦਕਿ ਸਕਿਲਡ ਵਰਕਰ ਓਵਰਸੀਜ਼ ਕੈਟਾਗਰੀ ਵਿੱਚ 35 ਜਾਣਿਆਂ ਨੂੰ ਇਨਵੀਟੇਸ਼ਨ ਭੇਜਿਆ ਗਿਆ, ਜਿਸ ਦਾ ਸਕੋਰ 726 ਰਿਹਾ ਅਤੇ ਇੰਟਰਨੈਸ਼ਨਲ ਐਜੂਕੇਸ਼ਨ ਸਟਰੀਮ ਦੇ ਤਹਿਤ 26 ਜਾਣਿਆਂ ਨੂੰ ਇਨਵੀਟੇਸ਼ਨ ਭੇਜਿਆ ਗਿਆ, ਜਿਸ ਵਿੱਚ ਕਿਸੇ ਵੀ ਸਕੋਰ ਦੀ ਕੋਈ ਲੋੜ ਨਹੀਂ ਸੀ। ਮੈਨੀਟੋਬਾ ਵੱਲੋਂ ਇਸ ਸਾਲ 11179 ਪ੍ਰਵਾਸੀਆਂ ਨੂੰ ਇਨਵੀਟੇਸ਼ਨ ਜਾਰੀ ਕੀਤੇ ਗਏ ਨੇ। ਮੈਨੀਟੋਬਾ ਵੀ ਕੈਨੇਡਾ ਦੇ ਉਹਨਾਂ ਸੂਬਿਆਂ ਵਿੱਚ ਆਉਂਦਾ ਜਿੱਥੇ ਘੱਟ ਆਬਾਦੀ ਮੰਨੀ ਜਾਂਦੀ ਹੈ ਅਤੇ ਇਸ ਦੇ ਨਾਲ ਹੀ ਉੱਥੇ ਕਾਮਿਆਂ ਦੀ ਵੀ ਥੋੜ੍ਹ ਹੈ, ਜਿਸ ਲਈ ਇਹ ਉਮੀਦ ਕੀਤੀ ਜਾ ਰਹੀ ਹੈ ਕਿ ਆਉਣ ਵਾਲੇ ਸਾਲ ਵਿੱਚ ਮੈਨੀਟੋਬਾ ਇਸੇ ਤਰੀਕੇ ਨਾਲ PNP ਤਹਿਤ ਇਨਵੀਟੇਸ਼ਨ ਭੇਜ ਕੇ ਪ੍ਰਵਾਸੀਆਂ ਨੂੰ ਆਪਣੇ ਵੱਲ ਖਿੱਚਦਾ ਰਹੇਗਾ। ਅਮਰੀਕਾ 'ਚ ਜਨਤਕ ਥਾਵਾਂ ਤੇ ਗੋਲੀ ਚੱਲਣ ਦੀ ਘਟਨਾ ਵਾਪਰਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਅਤੇ ਇਸ ਸਾਲ ਇਸ ਤਰੀਕੇ ਦੀਆਂ ਬਹੁਤ ਸਾਰੀਆਂ ਖਬਰਾਂ ਸਾਹਮਣੇ ਆਈਆਂ ਅਤੇ ਪੰਜਾਬੀ ਵੀ ਕੁਝ ਇਸ ਘਟਨਾ ਵਿੱਚ ਐਕਤੀ ਸ਼ਿਕਾਰ ਹੋਏ ਸੀ। ਪਰ ਹੁਣ ਸਾਲ ਦੇ ਅਖੀਰਲੇ ਦਿਨ ਵੀ ਇੱਕ ਅਜਿਹੀ ਘਟਨਾ ਫਿਲਾਡੈਲਫੀਆ ਤੋਂ ਸਾਹਮਣੇ ਆਈ ਹੈ, ਜਿੱਥੇ ਕੁਝ ਲੋਕ ਗੋਲੀ ਲੱਗਣ ਕਾਰਨ ਜ਼ਖਮੀ ਹੋਏ ਨੇ। ਇੱਥੇ 2 ਵਿਅਕਤੀਆਂ ਨੇ 65 ਤੋਂ ਵੱਧ ਗੋਲੀਆਂ ਚਲਾਈਆਂ ਔਰ ਜਿਸ ਵਿੱਚ ਹਾਲਾਂਕਿ ਰਾਹਤ ਦੀ ਗੱਲ ਇਹ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਕੁਝ ਲੋਕ ਜ਼ਖਮੀ ਜ਼ਰੂਰ ਹੋਏ ਨੇ। ਮਾਮਲਾ ਫਿਲਾਡੈਲਫੀਆ ਤੋਂ ਸਾਹਮਣੇ ਆਇਆ, ਜਿੱਥੇ 2 ਵਿਅਕਤੀਆਂ ਵੱਲੋਂ 65 ਗੋਲੀਆਂ ਚਲਾਈਆਂ ਗਈਆਂ। ਪੁਲਿਸ ਵੱਲੋਂ ਘਟਨਾ ਸਥਲ ਤੇ ਰਾਤ 11:30 ਵਜੇ ਪਹੁੰਚਿਆ ਗਿਆ, ਜਿੱਥੇ ਉਹਨਾਂ ਨੂੰ ਇੱਕ ਔਰਤ ਬੁਰੀ ਤਰ੍ਹਾਂ ਜ਼ਖਮੀ ਮਿਲੀ, ਜਿਸ ਤੋਂ ਬਾਅਦ ਉਸ ਔਰਤ ਨੂੰ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ। ਇਸ ਔਰਤ ਤੋਂ ਇਲਾਵਾ 5 ਹੋਰ ਵਿਅਕਤੀਆਂ ਤੇ ਗੋਲੀਆਂ ਚਲਾਈਆਂ ਗਈਆਂ, ਜਿਸ ਤੋਂ ਬਾਅਦ ਇਹਨਾਂ ਨੂੰ ਵੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਇਹਨਾਂ ਵਿਅਕਤੀਆਂ ਦੀ ਉਮਰ 19 ਤੋਂ 29 ਸਾਲ ਦੱਸੀ ਜਾ ਰਹੀ ਹੈ। ਪੁਲਿਸ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਜਾ ਰਿਹਾ ਹੈ ਕਿ ਦੋਸ਼ੀਆਂ ਵੱਲੋਂ 65 ਰਾਉਂਡ ਫਾਇਰ ਕੀਤੇ ਗਏ, ਜਿਸ ਕਾਰਨ ਇਹ ਕਹਿਣਾ ਮੁਸ਼ਕਿਲ ਹੈ ਕਿ ਉਹਨਾਂ ਵੱਲੋਂ ਕਿਸ ਨੂੰ ਟਾਰਗੇਟ ਕੀਤਾ ਜਾ ਰਿਹਾ ਸੀ। ਪੁਲਿਸ ਵੱਲੋਂ ਸਰਵੇਲੈਂਸ ਫੁਟੇਜ ਵੀ ਚੈੱਕ ਕੀਤੀ ਜਾ ਰਹੀ ਹੈ। ਆંકੜਿਆਂ ਅਨੁਸਾਰ ਇਸ ਸਾਲ ਨਾਨ ਫੈਟਲ ਸ਼ੂਟਿੰਗ ਵਿਕਟਮਸ ਦੇ ਕੇਸ 1827 ਸਾਹਮਣੇ ਆਏ, ਜੋ ਕਿ 2019 ਦੇ ਮੁਕਾਬਲੇ 600 ਵੱਧ ਹਨ। ਇਸ ਤੋਂ ਇਲਾਵਾ 559 ਕਤਲ ਦੇ ਮਾਮਲੇ ਵੀ ਸਾਹਮਣੇ ਆਏ। ਤੇ ਹੁਣ ਗੱਲ ਕਰਦੇ ਹਾਂ ਜੀ ਅਖੀਰ ਵਿੱਚ ਨਵੇਂ ਸਾਲ ਦੀ। ਨਵੇਂ ਸਾਲ ਦੇ ਸਮੇਂ ਤੇ ਬਹੁਤ ਸਾਰੇ ਜਸ਼ਨ ਅਸੀਂ ਅਕਸਰ ਦੇਖਦੇ ਹਾਂ, ਪਰ ਪਿਛਲੇ 2 ਸਾਲਾਂ ਤੋਂ ਪੂਰੀ ਦੁਨੀਆ ਦੀ ਤਸਵੀਰ ਜਿਹੜੀ ਉਹ ਬਦਲੀ ਹੋਈ ਆ, ਕਿਉਂਕਿ 2 ਸਾਲਾਂ ਤੋਂ ਦੁਨੀਆ ਭਰ ਵਿੱਚ ਕੋਵਿਡ ਨੇ ਆਪਣਾ ਕਹਿਰ ਮਚਾਇਆ ਹੋਇਆ, ਜਿਸ ਕਾਰਨ ਇੱਕ ਜਿਹੜੀ ਪਾਬੰਦੀ ਆ ਉਹ ਜ਼ਿੰਦਗੀ ਉੱਤੇ ਲੱਗੀ ਹੋਈ ਆ। ਤੁਸੀਂ ਵੱਡੇ ਇਕੱਠ ਨਹੀਂ ਕਰ ਸਕਦੇ, ਜੋ ਵੀ ਜ਼ਿੰਦਗੀ 'ਚ ਪਹਿਲਾਂ ਆਮ ਵਾਂਗ ਹੁੰਦਾ ਸੀ ਉਹ ਇਸ ਵਕਤ ਨਹੀਂ ਹੋ ਰਿਹਾ। ਔਰ ਇਸੇ ਦੌਰਾਨ ਪਿਛਲੇ 2 ਸਾਲਾਂ ਤੋਂ ਨਵੇਂ ਸਾਲ ਦੇ ਜਸ਼ਨ ਪੂਰੇ ਤਰੀਕੇ ਨਾਲ ਪ੍ਰਭਾਵਿਤ ਹੋ ਰਹੇ ਨੇ। ਖਾਸ ਕਰਕੇ ਪਿਛਲੇ 2 ਸਾਲਾਂ ਦੌਰਾਨ ਦਸੰਬਰ ਜਿਹੜੇ ਬਹੁਤ ਬੁਰੇ ਤਰੀਕੇ ਨਾਲ ਪ੍ਰਭਾਵਿਤ ਹੋਏ ਨੇ, ਕਿਉਂਕਿ ਪਿਛਲੇ ਦਸੰਬਰ ਵਿੱਚ ਹਾਲੇ ਵੈਕਸੀਨ ਬਹੁਤ ਵੱਡੀ ਪੱਧਰ ਵਿੱਚ ਲੋਕਾਂ ਦੇ ਨਹੀਂ ਲੱਗੀ ਸੀ, ਪਰ ਕੋਵਿਡ ਦੇ ਕੇਸ ਬਹੁਤ ਵੱਡੀ ਗਿਣਤੀ ਵਿੱਚ ਸਾਹਮਣੇ ਆ ਰਹੇ ਸੀਗੇ। ਪਰ ਦਸੰਬਰ ਤੱਕ ਸਾਡੇ ਕੋਲ ਵੈਕਸੀਨ ਆ ਚੁੱਕੀ ਸੀ ਤੇ ਸਾਨੂੰ ਉਮੀਦ ਇਹ ਸੀ ਕਿ ਜਦੋਂ ਅਗਲਾ ਸਾਲ ਹੁਣ ਚੜ੍ਹੇਗਾ ਉਦੋਂ ਅਸੀਂ ਜਿਹੜੇ ਜਸ਼ਨ ਆ ਉਹ ਨਵੇਂ ਸਾਲ ਦੇ ਮਨਾ ਸਕਾਂਗੇ।
ਪਰ ਵੈਕਸੀਨ ਲੱਗ ਰਹੀ ਨੂੰ 1 ਸਾਲ ਪੂਰਾ ਹੋ ਗਿਆ, ਪਰ ਫਿਰ ਐਕਟੀ ਘੁੰਮ ਕੇ ਕਰੋਨਾ ਦਾ ਨਵਾਂ ਵੇਰੀਐਂਟ ਆ ਗਿਆ ਤੇ ਪੂਰੇ ਸਾਲ ਬਾਅਦ ਐਕਟੀ ਫਿਰ ਬਹੁਤ ਸਾਰੀਆਂ ਥਾਵਾਂ ਤੇ ਲਾਕਡਾਊਨ ਲੱਗੇ ਹੋਏ ਨੇ। ਜੇ ਅਸੀਂ ਬ੍ਰਿਟਿਸ਼ ਕੋਲੰਬੀਆ ਦੀ ਗੱਲ ਕਰੀਏ ਤਾਂ ਇੱਥੇ ਜਿਹੜੇ ਨਾਈਟ ਕਲੱਬ ਜਿਹੜੇ ਉਹ ਬੰਦ ਕੀਤੇ ਗਏ ਨੇ ਅਤੇ ਰੈਸਟੋਰੈਂਟ ਵਿੱਚ ਵੀ ਬਹੁਤ ਸਾਰੀਆਂ ਪਾਬੰਦੀਆਂ ਨੇ। ਕਿਊਬਕ ਵਿੱਚ ਤਾਂ ਡਾਈਨ ਇਨ ਜਿਹੜਾ ਉਹ ਬੰਦ ਕਰ ਦਿੱਤਾ ਗਿਆ ਔਰ ਉੱਥੇ ਤਾਂ ਰਾਤ ਦਾ ਕਰਫਿਊ ਵੀ ਜਿਹੜਾ ਉਹ ਲਗਾ ਦਿੱਤਾ ਗਿਆ ਵਾ। ਸ਼ੁੱਕਰਵਾਰ ਤੋਂ ਨਿਊ ਈਅਰ ਈਵ ਤੇ ਉੱਥੇ ਰਾਤ ਦਾ ਕਰਫਿਊ ਲੱਗੇਗਾ, ਜਿਸ ਕਰਕੇ ਕੋਈ ਵੀ ਬਾਹਰ ਨਹੀਂ ਨਿਕਲ ਸਕੇਗਾ, ਕੋਈ ਗੈਰ ਜ਼ਰੂਰੀ ਤਰੀਕੇ ਨਾਲ ਪਾਰਟੀ ਜਿਹੜੀ ਉਹ ਨਹੀਂ ਕਰ ਸਕੇਗਾ, ਜਿਸ ਕਰਕੇ ਨਵੇਂ ਸਾਲ ਦੇ ਜਸ਼ਨ ਮੌਂਟਰੀਅਲ ਤੇ ਹੋਰ ਵੱਡੇ ਸ਼ਹਿਰਾਂ 'ਚ ਨਹੀਂ ਮਨਾਏ ਜਾ ਸਕਣਗੇ। ਅੰਟਾਰੀਓ ਤੋਂ ਵੀ ਰਿਕਾਰਡ ਮਾਮਲੇ ਸਾਹਮਣੇ ਆਏ ਹੋਏ ਨੇ ਜਿੱਥੇ ਪਾਬੰਦੀਆਂ ਲੱਗੀਆਂ ਹੋਈਆਂ ਨੇ। ਸੋ ਘਰਾਂ ਵਿੱਚ ਵੀ ਜਿਹੜੀਆਂ ਛੋਟੀਆਂ ਵੱਡੀਆਂ ਪਾਰਟੀਆਂ ਨਹੀਂ ਹੋ ਸਕਣਗੀਆਂ। ਹਾਲਾਂਕਿ ਕੈਨੇਡਾ ਦੇ ਵੱਡੇ ਸ਼ਹਿਰਾਂ ਵਿੱਚ ਕਈ ਵਾਰ ਆਤਿਸ਼ਬਾਜ਼ੀ ਕਰਕੇ ਜਾਂ ਲਾਈਟਿੰਗ ਕਰਕੇ ਨਵਾਂ ਸਾਲ ਮਨਾਇਆ ਜਾਂਦਾ। ਆਸਟ੍ਰੇਲੀਆ ਦੇ ਸਿਡਨੀ ਵਿੱਚ ਜਿਹੜੀਆਂ ਹਮੇਸ਼ਾ ਲਾਈਟਿੰਗ ਜਿਹੜੀ ਚਰਚਾ 'ਚ ਰਹਿੰਦੀ ਆ। ਦੁਬਈ ਦੇ ਬੁਰਜ ਖਲੀਫਾ ਦੀ ਜਿਹੜੀ ਲਾਈਟਿੰਗ ਆ ਉਹ ਹਮੇਸ਼ਾ ਚਰਚਾ 'ਚ ਰਹਿੰਦੀ ਆ। ਔਰ ਨਿਊਯਾਰਕ ਦੇ ਵਿੱਚ ਖਾਸ ਕਰ ਜੋ ਨਵਾਂ ਸਾਲ ਮਨਾਇਆ ਜਾਂਦਾ ਤਾਂ ਪੂਰੀ ਦੁਨੀਆ ਦੇਖਦੀ ਆ। ਪਰ ਕੋਵਿਡ ਦੇ ਕੇਸਾਂ ਕਰਕੇ ਇਸ ਵਕਤ ਇੱਕ ਵਾਰੀ ਫਿਰ ਇਹ ਜਸ਼ਨ ਫਿੱਕੇ ਪੈਂਦੇ ਨਜ਼ਰ ਆ ਰਹੇ ਨੇ। ਦੁਨੀਆ ਦੇ ਕੁਝ ਹਿੱਸਿਆਂ ਵਿੱਚ ਨਵਾਂ ਸਾਲ ਚੜ੍ਹ ਚੁੱਕਿਆ ਹੈ, ਜਦਕਿ ਕੈਨੇਡਾ ਵਿੱਚ ਅੱਜ ਰਾਤ ਤੋਂ ਨਵੇਂ ਸਾਲ ਦੀ ਸ਼ੁਰੂਆਤ ਹੋ ਜਾਵੇਗੀ। ਪਰ ਪਿਛਲੇ 2 ਸਾਲਾਂ ਤੋਂ ਨਵੇਂ ਸਾਲ ਦੀ ਆਮਦ ਬਹੁਤ ਠੰਡੇ ਤਰੀਕੇ ਨਾਲ ਹੋ ਰਹੀ ਹੈ। ਕੋਰੋਨਾ ਵਾਇਰਸ ਕਾਰਨ ਪਿਛਲੇ ਸਾਲ ਵੀ ਬਹੁਤ ਸਾਰੇ ਪ੍ਰੋਗਰਾਮ ਰੱਦ ਹੋ ਗਏ ਸਨ ਅਤੇ ਲੋਕਾਂ ਨੂੰ ਪਾਰਟੀਆਂ ਨਾ ਕਰਨ ਦੀ ਸਲਾਹ ਦਿੱਤੀ ਗਈ ਸੀ। ਇੱਥੇ ਜ਼ਿਕਰਯੋਗ ਹੈ ਕਿ ਦੁਨੀਆ ਭਰ ਦੇ ਵੱਡੇ ਸ਼ਹਿਰਾਂ ਵਿੱਚ ਜਸ਼ਨ ਮਨਾ ਕੇ ਨਵੇਂ ਸਾਲ ਦਾ ਆਗਾਜ਼ ਕੀਤਾ ਜਾਂਦਾ ਹੈ, ਜਿਸ ਵਿੱਚ ਲੰਡਨ, ਦੁਬਈ, ਸਿਡਨੀ, ਮੈਲਬੌਰਨ, ਵੈਨਕੂਵਰ, ਟੋਰਾਂਟੋ ਅਤੇ ਹੋਰ ਕਈ ਨਾਮੀ ਸ਼ਹਿਰ ਜਿਸ ਵਿੱਚ ਨਿਊਯਾਰਕ ਦਾ ਨਾਮ ਵੀ ਆਉਂਦਾ ਥਾਂ ਤੇ ਆਤਿਸ਼ਬਾਜ਼ੀ ਕਰਕੇ ਅਤੇ ਲੋਕਾਂ ਵੱਲੋਂ ਇਕੱਠ ਕਰਕੇ ਨਵੇਂ ਸਾਲ ਦੀ ਆਮਦ ਦਾ ਸਵਾਗਤ ਕੀਤਾ ਜਾਂਦਾ ਸੀ। ਪਰ ਪਿਛਲੇ 2 ਸਾਲਾਂ ਤੋਂ ਇਸ ਤਰੀਕੇ ਦਾ ਕੁਝ ਨਹੀਂ ਹੋ ਰਿਹਾ ਅਤੇ ਬਹੁਤੀਆਂ ਥਾਵਾਂ ਤੇ ਕਰੋਨਾ ਕਾਰਨ ਪਾਬੰਦੀਆਂ ਲੱਗੀਆਂ। ਹਾਲਾਂਕਿ ਅਮਰੀਕਾ ਵਿੱਚ ਵੈਕਸੀਨ ਲੱਗੇ ਹੋਏ ਲੋਕਾਂ ਲਈ ਇਕੱਠ ਕਰਨ ਦੀ ਜਿਹੜੀ ਖੁੱਲ੍ਹ ਮਿਲੀ ਹੋਈ ਹੈ, ਪਰ ਕੈਨੇਡਾ ਦੇ ਕੁਝ ਥਾਵਾਂ ਤੇ ਕਾਫੀ ਸਖਤੀ ਕੀਤੀ ਹੋਈ ਹੈ। ਬ੍ਰਿਟਿਸ਼ ਕੋਲੰਬੀਆ ਵਿੱਚ ਵੀ ਇਸ ਵਕਤ ਲੋਕਾਂ ਦੇ ਇਕੱਠ ਤੇ ਪਾਬੰਦੀ ਹੈ, ਜਦਕਿ ਕਿਊਬਕ ਨੇ 2 ਕਦਮ ਅੱਗੇ ਚੱਲਦਿਆਂ ਨਾਈਟ ਕਰਫਿਊ ਦਾ ਐਲਾਨ ਕਰ ਦਿੱਤਾ ਹੈ ਅਤੇ ਨਿਊ ਈਅਰ ਈਵ ਤੇ ਉੱਥੇ ਨਾਈਟ ਕਰਫਿਊ ਲੱਗਾ ਹੋਵੇਗਾ, ਜਿਸ ਕਾਰਨ ਕੋਈ ਵੀ ਜਸ਼ਨ ਨਹੀਂ ਮਨਾਏ ਜਾਣਗੇ। ਪਿਛਲੇ ਦਸੰਬਰ ਵਿੱਚ ਦੁਨੀਆ ਭਰ 'ਚ ਵੈਕਸੀਨ ਦੀ ਆਮਦ ਹੋ ਗਈ ਸੀ, ਜਿਸ ਤੋਂ ਬਾਅਦ ਉਮੀਦ ਇਹ ਜਤਾਈ ਜਾ ਰਹੀ ਸੀ ਕਿ ਅਗਲੇ ਸਾਲ ਜਿਹੜੇ ਪ੍ਰੋਗਰਾਮ ਆਉਣਗੇ ਤਾਂ ਉਹ ਧੂਮ-ਧਾਮ ਨਾਲ ਮਨਾਏ ਜਾਣਗੇ। ਪਰ ਇਸ ਤਰੀਕੇ ਦਾ ਕੁਝ ਵੀ ਨਹੀਂ ਹੋਇਆ ਤੇ ਅਗਲਾ ਦਸੰਬਰ ਆਉਂਦਿਆਂ ਤੱਕ ਕਰੋਨਾ ਦਾ ਨਵਾਂ ਵੇਰੀਐਂਟ ਸਾਹਮਣੇ ਆ ਗਿਆ, ਜਿਸ ਨੇ ਇੱਕ ਵਾਰੀ ਫਿਰ ਦੁਨੀਆ ਭਰ ਵਿੱਚ ਹਲਚਲ ਮਚਾ ਦਿੱਤੀ ਹੈ ਅਤੇ ਬਹੁਤ ਸਾਰੇ ਥਾਵਾਂ ਤੇ ਲਾਕਡਾਊਨ ਵੀ ਲਗਵਾ ਦਿੱਤਾ ਹੈ, ਜਿਸ ਕਾਰਨ ਇਸ ਸਾਲ ਵੀ ਨਵੇਂ ਸਾਲ ਦੀ ਆਮਦ ਫਿੱਕੀ ਹੀ ਰਹੇਗੀ। ਲੋਕਾਂ ਨੂੰ ਉਮੀਦ ਹੈ ਕਿ ਨਵੇਂ ਸਾਲ 2022 ਦੇ ਵਿੱਚ ਕਰੋਨਾ ਵਾਇਰਸ ਖਤਮ ਹੋ ਜਾਵੇਗਾ ਤੇ ਉਸ ਤੋਂ ਅੱਗੇ ਫਿਰ ਜ਼ਿੰਦਗੀ ਆਮ ਵਾਂਗ ਸ਼ੁਰੂ ਹੋ ਜਾਵੇਗੀ। ਸੋ ਜਾਂਦੇ ਜਾਂਦੇ ਨਜ਼ਰ ਮਾਰਦੇ ਹਾਂ ਇੱਕ ਵਾਰੀ ਫਿਰ ਚੋਣਵੀਆਂ ਖਬਰਾਂ ਤੇ। ਅਮਰੀਕਾ 'ਚ ਲੱਗੀ ਭਿਆਨਕ ਅੱਗ, 1000 ਤੋਂ ਵੱਧ ਘਰ ਸੜ ਕੇ ਸੁਆਹ। ਜਸਟਿਨ ਟਰੂਡੋ ਨੇ ਦਿੱਤੀ ਨਵੇਂ ਸਾਲ ਦੀ ਵਧਾਈ, ਯਾਦ ਕੀਤੀਆਂ 2021 ਦੀਆਂ ਮੰਦਭਾਗੀਆਂ ਘਟਨਾਵਾਂ। ਅੰਟਾਰੀਓ ਅਤੇ ਕਿਊਬਕ ਨੇ ਤੋੜੇ ਰਿਕਾਰਡ, ਦੋਵਾਂ ਸੂਬਿਆਂ ਵਿੱਚ 16,000 ਕੋਵਿਡ-19 ਦੇ ਨਵੇਂ ਮਾਮਲੇ ਕੀਤੇ ਗਏ ਦਰਜ ਅਤੇ ਚੱਲਦੀ ਫਲਾਈਟ 'ਚ ਆਈ ਕਰੋਨਾ ਰਿਪੋਰਟ ਪੋਜ਼ਿਟਿਵ। ਜਹਾਜ਼ ਦੇ ਵਾਸ਼ਰੂਮ 'ਚ ਕੀਤਾ ਕੁਆਰੰਟੀਨ। ਸੋ ਇਹ ਸੀ ਅੱਜ ਦੀਆਂ ਚੋਣਵੀਆਂ ਖਬਰਾਂ ਅਤੇ ਬੁਲੇਟਿਨ ਦੇ ਅਖੀਰ ਵਿੱਚ ਇੱਕ ਵਾਰੀ ਫਿਰ ਟੀਵੀ ਪੰਜਾਬ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ। ਇਸੇ ਤਰੀਕੇ ਨਾਲ ਅਸੀਂ ਇਸ ਸਾਲ ਵੀ ਤੁਹਾਡੀ ਸੇਵਾ ਵਿੱਚ ਤਾਜ਼ਾ ਤੇ ਨਵੀਆਂ ਖਬਰਾਂ ਲੈ ਕੇ ਹਾਜ਼ਰ ਹੁੰਦੇ ਰਹਾਂਗੇ। ਤੁਸੀਂ ਦੇਖਦੇ ਰਹੋ ਟੀਵੀ ਪੰਜਾਬ।